ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਵਲ ਤਾਂ ਡਾਕਟਰ ਕਵਲਜੀਤ ਸਿੰਘ ਉਹਨਾਂ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਪੂਰੇ ਮਸਲੇ ਦੀ ਇਹਨਾਂ ਨੇ ਘੇਰਾਬੰਦੀ ਕੀਤੀ ਹੈ ਵੀ ਜਿਹੜਾ ਮੌਜੂਦਾ ਖੇਤੀਬਾੜੀ ਵਾਲਾ ਮਾਡਲ ਹੈ ਜੋ ਆਪਣੇ ਮੂਹਰੇ ਰੱਖੇ ਗਿਆ ਹੈ, ਜੋ ਕਿ ਜਿਹੜਾ ਹਰਾ ਇਨਕਲਾਬ ਸੀਗਾ ਉਹਦੇ ਵਿੱਚੋਂ ਨਿਕਲਿਆ ਹੋਇਆ ਹੈ। ਸੋ ਉਹ ਹੁਣ ਕਿਤੇ ਨਾ ਕਿਤੇ ਲੜਖੜਾ ਰਿਹਾ ਹੈ। ਸੋ ਮੇਰਾ ਜੋ ਨੁਕਤਾ ਨਜ਼ਰ ਹੈ ਜਾਂ ਜੋ ਮੈਂ ਗੱਲ ਆਪ ਦੇ ਸਾਹਮਣੇ ਰੱਖੂੰਗਾ ਉਹ ਮੇਰੇ ਨਿੱਜੀ ਤਜਰਬਿਆਂ 'ਚ ਹੋਊਗੀ ਜੋ ਕਿ ਕੁਦਰਤੀ ਖੇਤੀ ਨਾਲ ਸੰਬੰਧਿਤ ਹੈ। ਸੋ ਇਹ ਗੱਲ ਤਾਂ ਬਹੁਤ ਚਿਰ ਤੋਂ ਵਿਚਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਿਹੜਾ ਮੌਜੂਦਾ ਖੇਤੀਬਾੜੀ ਮਾਡਲ ਹੈਗਾ ਉਹ ਹੰਢਣਸਾਰ ਨਹੀਂ ਹੈ। ਜੇ ਉਹ ਹੰਢਣਸਾਰ ਹੁੰਦਾ ਤਾਂ ਆਪਣੀ ਕਿਸਾਨੀ ਗਰਦਿਸ਼ 'ਚ ਨਾ ਹੁੰਦੀ। ਆਪਣੀ ਸਿਹਤ ਜਿਸ ਹਿਸਾਬ ਨਾਲ ਆਪਾਂ ਦੇਖ ਰਹੇ ਹਾਂ ਵੀ ਹਸਪਤਾਲਾਂ ਦੀਆਂ ਲਾਈਨਾਂ ਵਧੀ ਜਾ ਰਹੀਆਂ ਨੇ ਅਤੇ ਸਾਡੇ ਜੋ ਕੁਦਰਤੀ ਸਰੋਤ ਨੇ, ਜੋ ਸਾਡਾ ਹਵਾ ਪਾਣੀ ਅਤੇ ਮਿੱਟੀ ਦੀ ਜੋ ਹਾਲਤ ਹੈ, ਜਿਸ ਹਿਸਾਬ ਨਾਲ ਉਹ ਬਿਮਾਰ ਹੈ ਅਤੇ ਇੱਕ ਲੰਗੜੀ ਹੋ ਚੁੱਕੀ ਹੈ। ਸੋ ਇਹ ਨਾ ਹੁੰਦੀ। ਸੋ ਜਦੋਂ ਆਪਾਂ ਹੰਢਣਸਾਰੀ ਦੀ ਗੱਲ ਕਰਦੇ ਹਾਂ ਖਾਸ ਕਰਕੇ ਖੇਤੀਬਾੜੀ ਦੇ ਮਸਲੇ 'ਚ, ਤਾਂ ਜੋ ਹੰਢਣਸਾਰੀ ਲਫ਼ਜ਼ ਹੈ ਉਹ ਮੋਟੇ ਤੌਰ 'ਤੇ ਦੋ ਚੀਜ਼ਾਂ ਦਾ ਤਵਾਜ਼ਨ ਹੈਗਾ ਵੀ ਇਨਪੁਟ ਅਤੇ ਆਊਟਪੁੱਟ, ਵੀ ਪਾਇਆ ਕੀ ਅਤੇ ਕੱਢਿਆ ਕੀ। ਅਤੇ ਜਦੋਂ ਇਹਨਾਂ ਦਾ ਤਵਾਜ਼ਨ ਵਿਗੜਦਾ ਹੈ ਤਾਂ ਉਦੋਂ ਹੰਢਣਸਾਰੀ ਦੀਆਂ ਸਮੱਸਿਆ ਸਾਹਮਣੇ ਨਿਕਲ ਕੇ ਆਉਂਦੀਆਂ ਨੇ। ਸੋ ਦੂਸਰਾ ਮੈਂ ਆਪ ਜੀ ਦੇ ਸਾਹਮਣੇ ਜੋ ਮੇਰਾ ਗੱਲ ਕਰਨ ਦਾ ਨੁਕਤਾ ਨਜ਼ਰ ਉਹ ਇਹ ਹੋਊਗਾ ਵੀ ਜੋ ਕੁਦਰਤੀ ਕਿਸਾਨੀ ਹੈ ਉਹ ਇੱਕ ਹੰਢਣਸਾਰ, ਉਹ ਇੱਕ ਸੰਭਾਵਨਾ ਹੈ। ਉਹ ਜਿਸ ਸੰਭਾਵਨਾ ਬਾਰੇ ਮੈਂ ਆਪ ਜੀ ਨਾਲ ਗੱਲ ਕਰੂੰਗਾ। ਸੋ ਉਹ ਜਿਹੜੀ ਸੰਭਾਵਨਾ ਇਹ ਹੈਗੀ ਹੈ ਵੀ ਉਹਦਾ ਜੋ ਮਨੁੱਖੀ ਸਿਹਤ 'ਤੇ ਕੀ ਸਿੱਧਾ ਪ੍ਰਭਾਵ ਹੈ ਅਤੇ ਅਸਰ ਹੈ, ਉਹਦਾ ਸਾਡਾ ਜੋ ਵਾਤਾਵਰਨ ਹੈਗਾ, ਜੋ ਇਕੋਲੋਜੀ ਹੈਗਾ, ਉਸ 'ਤੇ ਕੀ ਅਸਰ ਹੈਗਾ, ਅਤੇ ਨਾਲ ਦੀ ਨਾਲ ਉਹ ਸਾਡੀ ਆਰਥਿਕਤਾ ਨੂੰ ਵੀ ਕਿਵੇਂ ਉਹ ਵਧਾਵਾ ਦੇ ਸਕਦੀ ਹੈ। ਕਿਉਂਕਿ ਬਦਕਿਸਮਤੀ ਨਾਲ ਜੋ ਇੱਕ ਪੂੰਜੀਵਾਦ ਦਾ ਜੋ ਮਾਡਲ ਸਾਡੇ ਸਾਹਮਣੇ ਸਿਰਜਿਆ ਗਿਆ, ਸੋ ਸਾਰਾ ਕੁਝ ਅਸੀਂ ਨਫਾ ਨੁਕਸਾਨ ਦੇ ਨੁਕਤਾ ਨਜ਼ਰ ਤੋਂ ਦੇਖਦੇ ਹਾਂ। ਅਤੇ ਨਫਾ ਨੁਕਸਾਨ ਵੀ ਉਹ ਪੈਸੇ ਦਾ ਨਫਾ ਨੁਕਸਾਨ ਹੈਗਾ, ਉਹ ਹੀ ਨਹੀਂ ਆਪਾਂ ਦੇਖਦੇ ਵੀ ਸਾਡੀ ਸਿਹਤ ਨਫੇ ਨੁਕਸਾਨ 'ਚ ਹੈ ਜਾਂ ਜੋ ਕੁਦਰਤੀ ਪ੍ਰਸਾਰ ਹੈ ਉਹ ਨਫੇ ਨੁਕਸਾਨ 'ਚ। ਸੋ ਸਾਰਾ ਕੁਝ ਇੱਕ ਪੈਸੇ ਦਾ ਮੂਲਿਆਂਕਣ ਜਿਹੀ ਹੋ ਕੇ ਰਹਿ ਗਿਆ। ਸੋ ਇਸ ਕਰਕੇ ਆਪਾਂ ਉਹਨੂੰ ਵੀ ਆਪਾਂ ਨੂੰ ਕਿਸੇ ਨਾ ਕਿਤੇ ਇਸ ਡਿਸਕਸ਼ਨ ਦੇ ਵਿੱਚ ਸ਼ਾਮਲ ਕਰਨਾ ਪੈਣਾ, ਕਿਉਂਕਿ ਆਖਿਰਕਾਰ ਇੱਕ ਉਸ ਸਸਟੇਨੇਬਲ ਦੇ ਨਾਲ ਉਹ ਸਸਟੇਨੈਂਸ ਦਾ ਵੀ ਇੱਕ ਮਾਡਲ ਹੋਣਾ ਚਾਹੀਦਾ। ਸੋ ਪਹਿਲੀ ਗੱਲ, ਜਦੋਂ ਆਪਾਂ ਕੁਦਰਤੀ ਕਿਸਾਨੀ ਦੀ ਗੱਲ ਕਰਦੇ ਹਾਂ, ਕੁਦਰਤੀ ਕਿਸਾਨੀ ਹੈ ਕੀ? ਸੋ ਇਹਦੇ 'ਚ ਜੋ ਕਿ ਆਪਾਂ ਜਾਣਦੇ ਹੀ ਹਾਂ ਵੀ ਜਿਹੜਾ ਹਰੀ ਕ੍ਰਾਂਤੀ ਜਾਂ ਹਰੇ ਇਨਕਲਾਬ 'ਚੋਂ ਜਿਹੜਾ ਕਿਸਾਨੀ ਦਾ ਮਾਡਲ ਨਿਕਲਦਾ ਹੈ ਉਹ ਬਹੁਤ ਇੱਕ ਰੀਸੋਰਸ ਇੰਟੈਂਸਿਵ ਮਾਡਲ ਜਿਹਨੂੰ ਆਪਾਂ ਕਹਾਂਗੇ ਉਹ ਹੈਗਾ ਵੀ ਉਹ ਮੰਗਦਾ ਵੀ ਤੁਸੀਂ ਸੋਧੇ ਹੋਏ ਬੀਜ ਵਰਤੋ। ਉਹ ਸੋਧੇ ਹੋਏ ਬੀਜਾਂ ਦੀ ਜੋ ਆਪਾਂ ਕਹਿੰਦੇ ਹਾਂ ਵੀ ਜੋ NPK, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਜਿਸ ਤੋਂ ਇਹ ਸਾਰਾ ਖੇਤੀ ਦਾ ਪਸਾਰਾ ਚੱਲਦਾ, ਉਹਦੀਆਂ ਲੋੜਾਂ ਵੱਧ ਨੇ। ਫਿਰ ਸਾਂਭ ਸੰਭਾਲ ਵਾਸਤੇ ਸਾਨੂੰ ਕੀਟਨਾਸ਼ਕ, ਉੱਲੀਨਾਸ਼ਕ, ਨਦੀਨਨਾਸ਼ਕ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ। ਸੋ ਕਹਿਣ ਦਾ ਭਾਵ ਇਹ ਵੀ ਆ ਜਿਹੜਾ ਕਾਰਪੋਰੇਟ ਖਤਰਾ ਅੱਜ ਦਾ ਇਹ ਜਿਹੜਾ ਇਸ ਬਿੱਲ ਰਾਹੀਂ ਜਾਂ ਇਸ ਐਕਟ ਰਾਹੀਂ ਆਪਣੇ ਮੂਹਰੇ ਆਉਂਦਾ ਹੈ, ਇਹਦੀ ਤਿਰਛੀ ਮਾਰ ਤਾਂ ਸਾਨੂੰ 1968 ਦੀ ਪੈ ਰਹੀ ਹੈ, ਜਦ ਦਾ ਇਹ ਕੁਦਰਤੀ ਜਿਹੜਾ ਆਪਣਾ ਹਰੀ ਕ੍ਰਾਂਤੀ ਹੈ ਗ੍ਰੀਨ ਰੈਵੋਲਿਊਸ਼ਨ ਵਾਲਾ ਮਾਡਲ ਜਿਹੜਾ ਲਾਇਆ ਗਿਆ। ਕਿਉਂਕਿ ਇਹਨਾਂ ਨੇ ਸਿਰਫ ਵੱਡੀ ਕੰਪਨੀਆਂ ਦੀ ਉਹਨਾਂ ਨੂੰ ਹੀ ਇਹਨਾਂ ਨੇ ਸਪੋਰਟ ਕੀਤਾ ਜਾਂ ਉਹਨਾਂ ਨੂੰ ਹੀ ਵੱਡਾ ਬਣਾਇਆ। ਜਿਵੇਂ ਮੌਨਸਾਂਟੋ ਦਾ ਨਾਂ ਲਿਆ ਗਿਆ, ਬਾਇਰ ਹੈਗਾ, ਡਿਊਪੋਂਟ ਹੈਗਾ ਜਾਂ ਸਿੰਜੈਂਟਾ ਹੈਗਾ। ਸੋ ਇਹ ਪਹਿਲਾਂ ਸਾਨੂੰ ਬੀਜ ਵੇਚਦੇ ਨੇ, ਫਿਰ ਇਹ ਸਾਨੂੰ
ਫਿਰ ਸਾਨੂੰ ਦਵਾਈਆਂ ਵੇਚਦੇ ਨੇ। ਸੋ ਇਹ ਵੀ ਸਾਡੀ ਸ਼ਬਦਾਵਲੀ 'ਚ ਕਿਵੇਂ ਵੜਦੇ ਨੇ। ਹੁਣ ਮੈਂ ਇਹ ਵੀ ਕਹਿ ਹਟਿਆ ਦਵਾਈ। ਸੋ ਜਿਹੜੀ ਚੀਜ਼ ਕਿਸੇ ਚੀਜ਼ ਨੂੰ ਮਾਰੇ ਉਹਨੂੰ ਜ਼ਹਿਰ ਕਿਹਾ ਜਾਂਦਾ, ਦਵਾਈ ਤਾਂ ਨਹੀਂ ਕਿਹਾ ਜਾਂਦਾ। ਪਰ ਇਹ ਹੌਲੀ ਹੌਲੀ ਸਾਡੀ ਸ਼ਬਦਾਵਲੀ ਵੀ ਇਸ ਲੋਟ ਵਿਗੜ ਗਈ ਬਈ, ਜਾਂ ਸਾਡੀ ਸ਼ਬਦਾਵਲੀ 'ਚ ਇਹ ਗੱਲਾਂ ਆ ਗਈਆਂ ਵੀ ਉਹ ਸਾਨੂੰ ਸੁਭਾਵਿਕ ਹੀ ਲੱਗਦੀਆਂ। ਸੋ ਇਸ ਗੱਲ ਨਾਲ ਇੱਕ ਹੋਰ ਗੱਲ ਜੋੜਦੇ ਹੋਏ ਵੀ ਜਿਹੜਾ ਕਿਸਾਨੀ ਹੈ, ਆਪਾਂ ਆਮ ਤੌਰ 'ਤੇ ਕਹਿੰਦੇ ਵੀ ਮੈਂ ਆਪਦੀ ਫਸਲ ਮੰਡੀ 'ਚ ਸੁੱਟ ਕੇ ਆਇਆ। ਸੋ ਉਹ ਮਤਲਬ ਇਹ ਵੀ ਸਾਡੀ ਸ਼ਬਦਾਵਲੀ 'ਚ ਇੱਕ ਚੀਜ਼ ਆ ਗਈ ਵੀ ਉਹ ਬੰਦਾ ਐਡਾ ਆਪਦੇ ਆਪ ਨੂੰ ਕਮਜ਼ੋਰ ਅਤੇ ਬੇਬਸ ਮਹਿਸੂਸ ਕਰ ਰਿਹਾ ਵੀ ਉਹਨੂੰ ਪਤਾ ਹੀ ਨਹੀਂ ਵੀ ਉਹਦੀ ਕੀ ਤਾਕਤ ਕੀ ਹੈ। ਤਾਕਤ ਵੀ ਜਿਹੜੀ ਚੀਜ਼ ਉਹ ਪੈਦਾ ਕਰ ਰਿਹਾ ਹੈ ਉਹ ਕਿਸੇ ਦੀ 3 ਵੇਲੇ ਦੀ ਲੋੜ ਹੈ, ਪਰ ਉਹਨੂੰ ਕਹਿੰਦਾ ਮੈਂ ਸਿੱਟ ਕੇ ਆ ਗਿਆ। ਸੋ ਹੌਲੀ ਹੌਲੀ ਆਪਾਂ ਨੂੰ ਕਿਉਂਕਿ ਉਚੇਚੇ ਤੌਰ 'ਤੇ ਕਿਉਂਕਿ ਸਾਡਾ ਜੋ ਸਮਾਜੀ ਤਾਣਾ ਬਾਣਾ ਸੀਗਾ, ਜਿਹਦੇ ਬਾਰੇ ਡਾਕਟਰ ਕਵਲਜੀਤ ਸਿੰਘ ਨੇ ਵੀ ਗੱਲ ਕਰਕੇ ਗਈ ਵੀ ਉਹ ਕਿਉਂਕਿ ਉਹ ਟੁੱਟ ਗਿਆ ਅਤੇ ਹਰ ਇੱਕ ਜਣਾ ਹੁਣ ਆਪਦੀ ਲੜਾਈ ਲੜੀ ਜਾ ਰਿਹਾ, ਅਤੇ ਉਹ ਐਡਾ ਲੰਗੜਾ ਜਿਹਾ ਹੋ ਚੁੱਕਿਆ ਸਾਰਾ ਕੁਛ ਕਿ ਸਾਰਾ ਕੁਛ ਹੈ ਵੀ ਜਿਹੜਾ ਹੁਣ ਜਿਹੜਾ ਐਕਟ ਆਇਆ ਅਤੇ ਇੱਥੇ ਹੁਣ ਜਿਹੜਾ ਕਾਰਪੋਰੇਟ ਹੈ ਉਹ ਬੜਾ ਇੱਕ ਰਾਖਸ ਵਾਂਗੂ ਸਾਹਮਣੇ ਕੀਤਾ ਗਿਆ। ਪਰ ਅਸੀਂ ਖੇਡੀ ਇੰਨੇ ਗਏ, ਅਸੀਂ ਟੁੱਟੀ ਇੰਨੇ ਗਏ ਵੀ ਬੜਾ ਸੌਖਾ ਜਿਹਾ ਲੱਗਦਾ ਵੀ ਉਰੇ ਆਓ ਅਤੇ ਇਹਨਾਂ 'ਤੇ ਕਾਬਜ਼ ਹੋ ਜਾਓ, ਜਾਂ ਇਹਨਾਂ ਦੇ ਸਰੋਤਾਂ 'ਤੇ, ਕੁਦਰਤੀ ਸਰੋਤਾਂ 'ਤੇ ਕਾਬਜ਼ ਹੋ ਜਾਓ। ਸੋ ਵਾਪਸ ਕੁਦਰਤੀ ਖੇਤੀ 'ਤੇ ਆਉਂਦੇ ਹੋਏ, ਸੋ ਕੁਦਰਤੀ ਖੇਤੀ ਇੱਕ ਇੱਦਾਂ ਦਾ ਇੱਕ ਖੇਤੀ ਦਾ ਸਿਸਟਮ ਹੈ ਜਿੱਥੇ ਅਸੀਂ ਕੁਦਰਤ ਕੰਨੀ ਸੇਧ ਲੈਣ ਲਈ ਅਸੀਂ ਦੇਖਦੇ ਹਾਂ ਵੀ ਉਸ ਕੁਦਰਤ ਦੇ ਨਿਯਮਾਂ ਦੇ ਵਿੱਚ ਅਸੀਂ ਰਹਿਣਾ। ਸੋ ਮੋਟੇ ਤੌਰ 'ਤੇ ਅਸੀਂ ਕੋਈ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਨੀ, ਕੋਈ ਅਸੀਂ ਰਸਾਇਣਿਕ ਉੱਲੀਨਾਸ਼ਕ, ਕੀਟਨਾਸ਼ਕ ਜਾਂ ਨਦੀਨਨਾਸ਼ਕ ਜਾਂ ਗਰੋਥ ਪ੍ਰਮੋਟਰ, ਇਹਨਾਂ ਦੀ ਕੋਈ ਵਰਤੋਂ ਨਹੀਂ ਕਰਨੀ। ਸੋ ਇਹ ਪੂਰਾ ਜਿਵੇਂ ਇੱਕ ਰਸਾਇਣ ਮੁਕਤ ਇਹ ਇੱਕ ਕਾਰਜਸ਼ਾਲੀ ਹੈ। ਸੋ ਜ਼ਾਹਿਰ ਹੈ ਵੀ ਜੇ ਅਸੀਂ ਰਸਾਇਣ ਪਾਉਣਾ ਨਹੀਂ ਤਾਂ ਧਰਤੀ ਨੇ ਸਾਨੂੰ ਕੋਈ ਰਸਾਇਣ ਦੇਣਾ ਨਹੀਂ ਅਤੇ ਉਹ ਸਾਡੇ ਸਰੀਰ 'ਚ ਜਾਣਾ ਨਹੀਂ। ਸੋ ਹੁਣ ਮੈਂ ਆਉਂਦਾ ਵੀ ਇਹ ਮਨੁੱਖੀ ਸਿਹਤ 'ਤੇ ਜੋ ਸਾਡੀ ਪਸ਼ੂਆਂ ਜਾਂ ਜਾਨਵਰਾਂ ਦੀ ਸਿਹਤ ਹੈ ਵੀ ਉਸ 'ਤੇ ਹੀ ਉਹਦਾ ਕੀ ਅਸਰ ਹੈ। ਸੋ ਸਿੱਧੇ ਤੌਰ 'ਤੇ ਜਦੋਂ ਆਪਾਂ ਦੇਖੀਏ ਵੀ ਜਦੋਂ ਵੀ ਇਨਸਾਨ ਨੂੰ ਵੀ ਬਿਮਾਰੀ ਉਦੋਂ ਹੀ ਘੇਰਦੀ ਹੈ ਜਦੋਂ ਉਹ ਸਰੀਰਕ ਤੌਰ 'ਤੇ ਅੰਦਰੋਂ ਕਮਜ਼ੋਰ ਹੁੰਦਾ। ਸੋ ਇਹ ਇੱਕ ਰਿਸਰਚ ਹੋਈ ਸੀਗੀ, PAU ਦਾ ਜ਼ਿਕਰ ਆਇਆ। ਸੋ PAU 'ਚ ਇੱਕ ਉਹਨਾਂ ਨੇ ਰਿਸਰਚ ਕੀਤੀ ਵੀ ਉਹਨਾਂ ਨੇ ਇੱਕ ਕੰਟਰੋਲਡ ਇਨਵਾਇਰਨਮੈਂਟ 'ਚ 2 ਬੂਟੇ ਲਾਏ ਅਤੇ ਇੱਕ ਨੂੰ ਜਿਵੇਂ ਰਵਾਇਤੀ ਤੌਰ 'ਤੇ ਖਾਦਾਂ ਸਪਰੇਆਂ ਅਤੇ ਉਸ 'ਤੇ ਸਿਰਜਿਆ ਵੀ ਇਹ ਤਾਂ ਬੜਾ ਮਜ਼ਬੂਤ ਹੋ ਜਾਊਗਾ, ਅਤੇ ਦੂਏ ਨੂੰ ਉਹਨਾਂ ਨੇ ਉਸੇ ਲੋਟ ਹੀ ਰਹਿਣ ਦਿੱਤਾ, ਇੱਕ ਕੁਦਰਤੀ ਮਾਹੌਲ ਦਿੱਤਾ। ਦੇਖਿਆ ਗਿਆ ਵੀ ਜਿਹੜਾ ਬੂਟਾ ਜਿਹੜਾ ਖਾਦਾਂ ਅਤੇ ਰੇਹਾਂ ਸਪਰੇਆਂ 'ਤੇ ਸਿਰਜਿਆ ਗਿਆ ਉਸ 'ਤੇ ਕੀੜੇ ਦਾ ਵੱਧ ਆਪਣਾ ਹਮਲਾ ਹੋਇਆ। ਸੋ ਉਹਦੀ ਫਿਰ ਵਜ੍ਹਾ ਹੀ ਉਹਨਾਂ ਨੇ ਇਸ ਵਜ੍ਹਾ ਉਹਦੀ ਜਦੋਂ ਆਖਿਰਕਾਰ ਉਹਦੀ ਵਜ੍ਹਾ ਵੀ ਤਾਂ ਨਿਰਧਾਰਿਤ ਕਰਨੀ ਸੀ। ਸੋ ਇਸ ਨਤੀਜੇ 'ਤੇ ਪਹੁੰਚੇ ਵੀ ਇਹ ਕੁਦਰਤੀ ਪਸਾਰਾ ਹੈ ਜਿਹੜਾ ਹਮਲਾਵਰ ਹੈ ਉਹ ਹਮੇਸ਼ਾ ਕਮਜ਼ੋਰ ਨੂੰ ਪਹਿਲਾਂ ਕਮਜ਼ੋਰ 'ਤੇ ਹਮਲਾ ਕਰਦਾ। ਹੁਣ ਜਿਵੇਂ ਸ਼ੇਰ ਹੈ ਜੰਗਲ 'ਚ, ਉਹ ਸਾਰਿਆਂ ਨਾਲੋਂ ਕਮਜ਼ੋਰ ਜਾਨਵਰ ਦੀ ਤਲਾਸ਼ ਕਰਕੇ ਉਸ 'ਤੇ ਆਪਣੀ ਨਜ਼ਰ ਟਿਕਾਉਂਦਾ ਹੈ ਕਿਉਂਕਿ ਉਹਦੇ ਵਾਸਤੇ ਉਹ ਸੌਖਾ ਹੈ। ਇੱਕ ਕੁਦਰਤੀ ਪਸਾਰਾ ਹੈ ਵੀ ਹਰ ਇੱਕ ਚੀਜ਼ ਨੇ ਆਪਦੇ ਰਿਸੋਰਸਿਸ ਨੇ ਉਹ ਕੰਜ਼ਰਵ ਕਰਨੇ ਨੇ। ਇਹ ਸਾਡੇ DNA 'ਚ ਹੀ ਪਿਆ ਹੋਇਆ ਵੀ ਘੱਟੋ ਘੱਟ ਖਰਚ ਕੇ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ। ਸੋ ਕਹਿਣ ਦਾ ਭਾਵ ਹੈ ਵੀ ਜੋ ਫਿਰ ਉਦੋਂ ਕਿਉਂਕਿ ਮੇਰਾ ਵੀ ਥੋੜ੍ਹਾ ਜਿਹਾ ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਸੋ ਰਵਾਇਤੀ ਤਰੀਕੇ ਨਾਲ ਹੀ ਕੀਤੀ, ਜਿਹੜਾ ਕੁਛ ਹੋ ਰਿਹਾ ਸੀਗਾ ਅਤੇ ਉੱਥੋਂ ਵੀ ਫੇਰਾ ਪਿਆ। ਸੋ ਦੋਵੇਂ ਪਾਸੇ ਐਂ ਕਹਿ ਲਓ ਵੀ ਜਿਹੜਾ ਦੋਵੇਂ ਪਾਸੇ ਦੇਖਣ ਦਾ ਮੌਕਾ ਮਿਲਿਆ। ਸੋ ਜਦੋਂ ਜਿਹੜੀ ਸਾਡੀ ਉਪਜ ਹੈ, ਜਿਹੜੀ ਕੁਦਰਤੀ ਖੇਤੀ ਸਾਨੂੰ ਦਿੰਦੀ ਹੈ, ਸੋ ਉਹਦੇ 'ਚ ਕਿਉਂਕਿ ਉਹ ਜਿਹੜਾ ਬੂਟਾ ਇੰਨਾ ਮਜ਼ਬੂਤ ਹੈ ਅਤੇ ਉਹਦੀ ਜੋ ਉਹਦੀ ਪੈਦਾਵਾਰ ਹੈ ਉਹ ਐਡੀ ਨਿਊਟਰੀਐਂਟ ਡੈਂਸ ਹੈ ਬਈ
ਥੋੜ੍ਹੇ ਜਿਹੀ ਉਹ ਸਾਨੂੰ ਵੱਧ ਦੇ ਜਾਂਦੀ ਹੈ। ਸੋ ਜਿਵੇਂ ਹੁਣ ਆਮ ਤੌਰ 'ਤੇ ਬੜਾ ਇਹਦੇ 'ਤੇ ਐਂ ਕਹਿ ਲਓ ਬਈ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ ਹੈ ਵੀ ਜੇ ਸਾਰੀ ਕੁਦਰਤੀ ਖੇਤੀ ਕਰਨੀ ਨੂੰ ਹੋ ਗਏ ਤਾਂ ਅਸੀਂ ਭੁੱਖੇ ਮਰ ਜਾਵਾਂਗੇ, ਉਹਨੇ ਦਾਣੇ ਨਹੀਂ ਹੋਣੇ, ਇੰਨੇ ਜ਼ਿਆਦਾ ਇਸ ਦੁਨੀਆ ਨੂੰ 7 ਬਿਲੀਅਨ ਮੂੰਹ ਲੱਗਿਆ ਅਤੇ ਉਹਨਾਂ ਨੂੰ ਪਾਲਾਂਗੇ ਕਿਵੇਂ। ਸੋ ਮੋਟੇ ਤੌਰ 'ਤੇ ਜਦੋਂ ਆਪਾਂ ਖਾਣੇ ਦੀ ਜਾਂ ਪੋਸ਼ਣ ਦੀ ਗੱਲ ਕਰਦੇ ਹਾਂ, ਸੋ 2 ਤਰ੍ਹਾਂ ਦੇ ਖਾਣੇ ਨੇ, ਇੱਕ ਨਿਊਟਰੀਐਂਟ ਡੈਂਸ, ਇੱਕ ਕੈਲੋਰਿਕ ਡੈਂਸ। ਸੋ ਜਿਹੜਾ ਕੈਲੋਰੀਫਿਕ ਡੈਂਸ ਹੈ ਉਹ ਸਾਨੂੰ ਆਉਣਾ ਜਿਹੜਾ ਜੋ ਸਾਡੇ ਅਨਾਜ ਨੇ, ਚੌਲ ਹੋ ਗਿਆ ਜਾਂ ਕਣਕ ਹੋ ਗਈ ਜਾਂ ਬਾਜਰਾ ਹੋ ਗਿਆ, ਮੱਕੀ ਹੋ ਗਈ। ਜਿਹੜੀ ਨਿਊਟਰੀਐਂਟ ਡੈਂਸਿਟੀ ਹੈ ਉਹ ਸਾਨੂੰ ਸਬਜ਼ੀਆਂ ਅਤੇ ਫਲਾਂ 'ਚੋਂ ਆਉਣੀ ਹੈ। ਜੇ ਉਹੀ ਸਾਡੇ ਜ਼ਹਿਰੀਲੇ ਨੇ ਅਤੇ ਉਹ ਸਾਡੀ ਜੋ ਖੁਰਾਕ ਦਾ ਵੱਧ ਹਿੱਸਾ ਬਣਨੇ ਚਾਹੀਦੇ ਨੇ, ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਸਾਡੀ ਸਿਹਤ 'ਤੇ ਕੀ ਅਸਰ ਹੋਣਾ। ਸੋ ਇੱਕ ਹੋਰ ਜਦੋਂ ਮੇਰਾ ਮੋੜ ਇਸ ਕੰਨੀ ਨੂੰ ਹੋਇਆ ਮਹਾਰਾਜ ਦੀ ਕਿਰਪਾ ਨਾਲ ਕੁਦਰਤੀ ਖੇਤੀ ਕਰਨੀ, ਸੋ ਉਦੋਂ ਇੱਕ ਵੀ ਸੋਚਿਆ ਵੀ ਜਿਹੜੀ ਚੀਜ਼ ਸਾਨੂੰ ਸਰੀਰਕ ਤੌਰ 'ਤੇ ਕਮਜ਼ੋਰ ਕਰ ਰਹੀ ਹੈ ਉਹ ਸਾਡੇ ਮਨਾਂ 'ਤੇ ਵੀ ਤਾਂ ਕੋਈ ਅਸਰ ਪਾ ਰਹੀ ਹੋਊਗੀ, ਕਿਉਂਕਿ ਮਨ ਵੀ ਤਾਂ ਸਰੀਰ 'ਚ ਹੀ ਵੱਸਦਾ। ਸੋ ਉਹਦੇ ਬਾਰੇ ਬਦਕਿਸਮਤੀ ਨਾਲ ਬਹੁਤਾ ਕਿਹਾ ਨਹੀਂ ਜਾ ਰਿਹਾ, ਜਾਂ ਕਿਉਂਕਿ ਇਹਨਾਂ ਗੱਲਾਂ ਦਾ ਕੋਈ ਪੈਮਾਨਾ ਨਹੀਂ ਹੁੰਦਾ। ਪਰ ਜੇ ਉਹ ਕੋਈ ਚੀਜ਼ ਸਾਡੇ ਸਰੀਰ ਨੂੰ ਕਮਜ਼ੋਰ ਜਾਂ ਬਿਮਾਰ ਕਰ ਰਹੀ ਹੈ, ਸਾਡੇ ਮਨਾਂ ਨੂੰ ਵੀ ਤਾਂ ਬਿਮਾਰ ਕਰ ਰਹੀ ਹੋਊਗੀ। ਸੋ ਇਹ ਵੀ ਇੱਕ ਸੋਚਣ ਦਾ ਵਿਸ਼ਾ। ਸੋ ਅੱਗੇ ਆਪਾਂ ਉਹਨੇ ਵੀ ਜਦੋਂ ਆਪਾਂ ਜੇ ਆਪਾਂ ਜੋ ਕੁਦਰਤੀ ਜੋ ਮੌਜੂਦਾ ਰਵਾਇਤੀ ਮਾਡਲ ਹੈ ਖੇਤੀ ਦਾ, ਜੋ ਰੇਹਾਂ ਸਪਰੇਆਂ ਨਾਲ ਚੱਲਦਾ, ਉਸ ਦੇ ਬਨਸਬਤ ਜੋ ਕੁਦਰਤੀ ਖੇਤੀ ਵਾਲਾ ਮਾਡਲ ਹੈ। ਸੋ ਕਿਉਂਕਿ ਅਸੀਂ ਕੋਈ ਰਸਾਇਣ ਨਹੀਂ ਵਰਤਣੇ, ਅਸੀਂ ਕੋਈ ਸਪਰੇਆਂ ਨਹੀਂ ਕਰਨੀਆਂ। ਸੋ ਐਂ ਕਹਿ ਲਓ ਬਈ ਜਿਹੜਾ ਕਿਸਾਨ ਤੋਂ ਲਾ ਕੇ ਜਿਹੜਾ ਖਪਤਕਾਰ ਹੈ, ਸੋ ਇਹ ਦੋਵਾਂ ਦਾ ਫਾਇਦਾ ਇਹਦੇ 'ਚ। ਸੋ ਐਂ ਨਹੀਂ ਗਾ ਵੀ ਇੱਕ ਤਰਫਾ ਹੈ ਜਾਂ ਵੀ ਸਾਡੇ ਕੁਦਰਤੀ ਸਰੋਤਾਂ ਦੀ ਤਾਂ ਸੰਭਾਲ ਹੋ ਹੀ ਰਹੀ ਹੈ, ਕਿਉਂਕਿ ਉਹ ਵੀ ਮੈਂ ਅੱਗੇ ਆਊਂਗਾ ਵੀ ਅਸੀਂ ਕੁਦਰਤੀ ਸਰੋਤਾਂ ਦੀ ਕੀ ਸੰਭਾਲ ਹੋ ਰਹੀ, ਪਰ ਜਿਹੜੀ ਮਨੁੱਖੀ ਸਿਹਤ ਹੈ ਉਹਦੀ ਕਿਵੇਂ ਬਾਖੂਬੀ ਆ ਜੋ ਕੁਦਰਤੀ ਖੇਤੀ ਹੈ ਉਹਦੀ ਸੰਭਾਲ ਹੋ ਰਹੀ ਹੈ। ਦੂਸਰਾ ਅਸੀਂ ਲੈਂਦੇ ਵੀ ਜਿਹੜੇ ਪਸ਼ੂ ਨੇ ਜਾਂ ਜਾਨਵਰ ਨੇ ਜੋ ਇਸ ਕੁਦਰਤ ਦੇ ਪਸਾਰੇ ਸਾਡੇ ਭਾਗੀਦਾਰ ਨੇ, ਜਾਂ ਮਤਲਬ ਇਹ ਤਾਂ ਪਦਾਰਥਵਾਦ ਦੀ ਹੋਈ ਦੇਣ ਸੀ ਵੀ ਉਹਨੇ ਸੋਚ ਲਿਆ ਵੀ ਜਿਹੜਾ ਇਨਸਾਨ ਹੈ ਉਹ ਫੂਡ ਚੇਨ ਦੇ ਸਾਰਿਆਂ ਨਾਲੋਂ ਉੱਪਰ ਬੈਠਾ ਅਤੇ ਬਾਕੀ ਸਾਰੇ ਉਹਦੇ ਮੁਲਾਜ਼ਮ ਨੇ ਅਤੇ ਉਹਦੀ ਮੁਲਾਜ਼ਮਤ ਕਰਨਗੇ ਅਤੇ ਉਹਨਾਂ ਦਾ ਉਹ ਸ਼ੋਸ਼ਣ ਕਰੂਗਾ। ਪਰ ਇਹਦੇ 'ਚ ਜਾਨਵਰਾਂ ਦਾ ਬਹੁਤ ਇੱਕ ਅਹਿਮ ਰੋਲ ਹੈ। ਦੂਸਰੀ ਗੱਲ ਵੀ ਜਿਹੜਾ ਜਾਨਵਰਾਂ ਦੇ ਜੋ ਐਂ ਕਹਿ ਲਓ ਵੀ ਜੋ ਐਨੀਮਲ ਪ੍ਰੋਡਕਟਸ ਨੇ ਉਹਨਾਂ ਤੋਂ ਬਣੇ ਪਦਾਰਥ ਨੇ, ਅਸੀਂ ਜਿਵੇਂ ਦੁੱਧ, ਘਿਓ, ਆਂਡੇ ਜਾਂ ਜੋ ਵੀ ਹੋਰ ਜਾਨਵਰਾਂ ਤੋਂ ਸਾਨੂੰ ਪਦਾਰਥ ਮਿਲਦੇ ਨੇ, ਅਤੇ ਇੱਕ ਤਿਰਛੇ ਤਰੀਕੇ ਨਾਲ ਜੇ ਸਾਡੀਆਂ ਜੇ ਜ਼ਮੀਨਾਂ ਜ਼ਹਿਰੀਲੀਆਂ ਹੋ ਗਈਆਂ, ਜੇ ਸਾਡੇ ਪਾਣੀ ਜ਼ਹਿਰੀਲੇ ਹੋ ਗਏ, ਉਹ ਵੀ ਤਾਂ ਉਹੀ ਸਰੋਤਾਂ ਦਾ ਇਸਤੇਮਾਲ ਕਰ ਰਹੇ ਨੇ। ਸੋ ਸਿੱਧੇ ਤੌਰ 'ਤੇ ਅਸੀਂ ਭਾਵੇਂ ਨਾ ਕਰੀਏ, ਪਰ ਤਿਰਛੇ ਤੌਰ 'ਤੇ ਤਾਂ ਉਹ ਸਾਰੇ ਜ਼ਹਿਰ ਸਾਡੇ 'ਤੇ ਹਮਲਾ ਕਰ ਹੀ ਰਹੇ ਨੇ। ਸੋ ਦੂਸਰਾ ਇਹ ਹੈਗਾ ਵੀ ਜਦੋਂ ਆਪਾਂ ਮਨੁੱਖੀ ਇਨਸਾਨ ਜਾਂ ਪਸ਼ੂਆਂ ਦੀ ਸਿਹਤ ਦੀ ਗੱਲ ਕਰਦੇ ਹਾਂ, ਸੋ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜੋ ਬਿਮਾਰੀਆਂ ਦਾ ਕੀ ਹਾਲ ਹੈ, ਦਿਨ ਪਰ ਦਿਨ ਨਵੀਆਂ ਬਿਮਾਰੀਆਂ ਆਉਂਦੀਆਂ ਜਾ ਰਹੀਆਂ ਨੇ, ਅਤੇ ਹਸਪਤਾਲ ਜਿੱਥੇ 2 ਹੁੰਦੇ ਸੀ ਹੁਣ 4 ਖੜ੍ਹੇ ਨੇ। ਸੋ ਦੂਸਰਾ ਗੱਲ ਹੈਗਾ ਵੀ ਇਹਦਾ ਸਾਡਾ ਸਮਾਜਿਕ ਤਾਣੇ ਬਾਣੇ 'ਤੇ ਵੀ ਕੀ ਅਸਰ ਹੋ ਰਿਹਾ। ਹੁਣ ਜਿਵੇਂ ਇੱਕ ਜੀਅ ਆਪਣੇ ਘਰ 'ਚ ਬਿਮਾਰ ਹੁੰਦਾ ਹੈ, ਤੁਸੀਂ ਆਪਾਂ ਦੇਖ ਲਓ ਵੀ ਸਾਡੀ ਸਾਰੀ ਸਰਗਰਮੀਆਂ ਦਾ ਕੇਂਦਰ ਹੀ ਉਹ ਬਣ ਜਾਂਦਾ ਹੈ। ਸੋ ਇਹ ਕਿੱਡਾ ਇੱਕ ਪਰਿਵਾਰਕ ਤੌਰ 'ਤੇ ਇੱਕ ਕਿੱਡਾ ਵੀ ਇਹਦਾ ਖਮਿਆਜ਼ਾ ਆਪਾਂ ਕਿਸ ਲੋਟ ਭੁਗਤਦੇ ਹਾਂ, ਕਿਉਂਕਿ ਸਾਡੀ ਪ੍ਰੋਡਕਟਿਵਿਟੀ ਕਿੰਨੀ ਹੇਠਾਂ ਚਲੀ ਜਾਂਦੀ ਹੈ। ਸੋ ਮਤਲਬ ਇਹ ਤਾਂ ਹੁਣ ਆਪਾਂ ਨੂੰ ਸਿਰਫ ਮਾੜਾ ਜਿਹਾ ਸਿਰ ਪੀੜੀ ਹੋਵੇ ਪਤਾ ਲੱਗ ਜਾਂਦਾ ਵੀ ਇਹ ਕੁਦਰਤ ਦੀ ਬਣਾਈ ਹੋਈ ਖੇਡ ਹੈ, ਅਤੇ ਆ ਜਿਹੜਾ ਸਰੀਰ ਹੈ ਅਤੇ ਇਹਦੀ ਮਹੱਤਤਾ ਕੀ ਹੈ। ਸੋ ਕਹਿਣ ਦਾ ਭਾਵ ਇਹ ਵੀ
ਵੀ ਜਿਹੜਾ ਜਦੋਂ ਅਸੀਂ ਕਿਸੇ ਬਿਹਤਰੀ ਵੱਲ ਜਾਣਾ ਜਾਂ ਕੁਝ ਬਿਹਤਰੀ ਵੱਲ ਸੋਚਣਾ, ਸਾਰਿਆਂ ਨਾਲੋਂ ਪਹਿਲਾਂ ਜ਼ਰੂਰੀ ਹੈ ਵੀ ਇਹ ਜਿਹੜਾ ਸਾਡਾ ਸਰੀਰ ਹੈ ਅਤੇ ਇਹਦੇ ਵਿੱਚ ਜਿਹੜਾ ਮਨ ਹੈ ਉਹ ਸਾਡਾ ਸਾਥ ਦੇਵੇ। ਸੋ ਉਹਨੇ ਸਾਡਾ ਸਾਥ ਕਿਵੇਂ ਦੇਣਾ? ਉਹਨੇ ਜੋ ਅਸੀਂ ਇਹਨੂੰ ਖਵਾਉਣਾ, ਜੋ ਇਹਦੇ ਅੰਦਰ ਪਾਉਣਾ, ਇਹਨੇ ਉਸੇ ਲੋਟ ਹੀ ਕੰਮ ਕਰਨਾ। ਸੋ ਇਹ ਬਹੁਤ ਇੱਕ ਅਹਿਮ ਚੀਜ਼ ਹੈਗੀ ਵੀ ਜਿਹੜੀ ਕੁਦਰਤੀ ਖੇਤੀ ਤੋਂ ਜਿਹੜੇ ਬਣੇ ਪਦਾਰਥ ਨੇ ਉਹ ਮਨੁੱਖੀ ਸਿਹਤ ਤੇ ਵਾਸਤੇ ਕਿਵੇਂ ਲਾਭਵੰਦ ਨੇ। ਸੋ ਦੂਸਰਾ ਫਿਰ ਅਸੀਂ ਆਉਂਦੇ ਵੀ ਇਹਦਾ ਜਿਹੜੀ ਵਾਤਾਵਰਨ ਹੈ ਉਸ ਨਾਲ ਇਹਦਾ ਕੀ ਕੁਦਰਤੀ ਖੇਤੀ ਦਾ ਕੀ ਤਾਲੁਕ ਹੈ ਜਾਂ ਉਹਦੇ ਬਨਸਬਤ ਅਸੀਂ ਕਿੱਦਾਂ ਸੁਹਿਰਦ ਹੈਗੇ ਹਾਂ। ਸੋ ਜਿਵੇਂ ਕਿ ਕੁਦਰਤੀ ਖੇਤੀ ਵੀ ਹੈ ਹੀ ਸਾਰਾ ਕੁਦਰਤ ਦੇ ਪਸਾਰੇ ਦੇ ਹੇਠਾਂ ਚੱਲਦਾ। ਸੋ ਇੱਕ ਮੌਕਾ ਮਿਲਦਾ ਵੀ ਅਸੀਂ ਉਹ ਜੋ ਕੁਦਰਤੀ ਪਸਾਰਾ ਹੈ ਉਹਦੇ ਨਾਲ ਇੱਕ ਸਿੱਧੀ ਤੰਦ ਆਪਦੀ ਜੋੜੀਏ। ਵੀ ਹੁਣ ਜੋ ਮੌਜੂਦਾ ਜੋ ਕਿਸਾਨੀ ਦਾ ਮਾਡਲ ਹੈ ਉਹ ਤਾਂ ਆਪਾਂ ਇਹੀ ਹੋ ਗਿਆ ਨਾ ਵੀ ਜਿਵੇਂ ਸ਼ਹਿਰਾਂ 'ਚ ਕੋਈ ਨੌਕਰੀ ਕਰਨ ਜਾਂਦਾ, ਜਿਹੜਾ ਬੰਦਾ ਜਾਊਗਾ ਉਹ 9 ਤੋਂ 5 ਕਰਕੇ ਉਹ ਸ਼ਾਮ ਨੂੰ ਘਰੇ ਪੈਸੇ ਲੈ ਕੇ ਆਊਗਾ ਅਤੇ ਸਾਰਾ ਟੱਬਰ ਫਿਰ ਵੀ ਉਹ ਇੱਕ ਆਮਦਨ ਦਾ ਸਾਧਨ ਹੈ ਤਾਂ ਸਾਰਾ ਟੱਬਰ ਉਸ 'ਤੇ ਹੀ ਪੜ੍ਹੂਗਾ। ਖੇਤੀ ਕਿੱਦਾਂ ਦਾ ਕਿੱਤਾ ਹੈਗਾ ਜਿਹਦੇ 'ਚ ਜੋ ਇੱਕ ਸਮਾਜਿਕ ਕਿੱਤਾ ਹੈ। ਇਹ ਇੱਕ ਸਮਾਜ ਦੇ ਤਾਣੇ ਬਾਣੇ 'ਤੇ ਟਿਕਿਆ ਹੋਇਆ ਸੀਗਾ। ਇਹ ਇੱਕ ਸਮੂਹਿਕ ਕਿੱਤਾ, ਇਹ ਇੱਕ ਆਈਸੋਲੇਸ਼ਨ 'ਚ ਨਹੀਂ ਮਿਲਿਆ ਸੀ। ਇਹ ਨੌਕਰੀ ਵਜੋਂ ਨਹੀਂ ਵੀ ਆਪਾਂ ਗੱਡੀ ਚੱਕ ਕੇ ਕਿਤੇ ਗਏ, ਉੱਥੇ ਕੰਮ ਕੀਤਾ ਅਤੇ ਸ਼ਾਮ ਜਿਹੇ ਨੂੰ ਵਾਪਸ ਆ ਗਏ। ਇਹ ਤਾਂ ਸਾਰਾ ਟੱਬਰ ਜੁੜਦਾ ਸੀਗਾ। ਇਹ ਤਾਂ ਸਾਡੀ ਜੀਵਨ ਸ਼ੈਲੀ ਸੀ, ਇਹ ਸਾਡੇ ਰਹਿਣ ਸਹਿਣ ਦਾ ਤਰੀਕਾ ਸੀ। ਸੋ ਉਹ ਜਦੋਂ ਅਸੀਂ ਪਛਾੜ ਦਿੰਦੇ ਹਾਂ ਵੀ ਸੁਬਾਹ ਜਾਣਾ, ਵਾਹੀ ਕਰਨੀ, ਫਿਰ ਦਾਣੇ ਸੁੱਟਣੇ, ਫਿਰ ਦੁਪਹਿਰੇ ਸਪਰੇਅ ਮਾਰ ਦੇਣੀ ਅਤੇ ਫਿਰ ਘਰੇ ਆ ਜਾਣਾ, ਫਿਰ 6 ਮਹੀਨੇ ਉਡੀਕਣਾ ਅਤੇ ਦਾਣੇ ਵੱਢ ਲਿਆਉਣੇ ਆ। ਸੋ ਇਹਦੇ ਨਾਲ ਜਿਹੜੀ ਸਾਡੀ ਸੋਚ 'ਚ ਪਰਿਵਰਤਨ ਆਇਆ ਅਤੇ ਫਿਰ ਜਿਹੜੀ ਸਾਡੀ ਜੀਵਨ ਸ਼ੈਲੀ 'ਚ ਪਰਿਵਰਤਨ ਆਇਆ ਉਹਦਾ ਖਮਿਆਜ਼ਾ ਜੋ ਅਸੀਂ ਭੁਗਤ ਰਹੇ ਹਾਂ ਆਪ ਸਭ ਜਾਣੂ ਹੋ ਉਸ ਨਾਲ। ਸੋ ਹੁਣ ਜੇ ਆਪਾਂ ਆਈਏ ਵੀ ਜਿਹੜਾ ਜੋ ਕੁਦਰਤੀ ਖੇਤੀ ਹੈ ਉਹ ਇੱਕ ਕੁਦਰਤ ਦੀ ਸੰਭਾਲ ਨਾਲ ਜੁੜਿਆ ਹੋਇਆ। ਸੋ ਜਦੋਂ ਅਸੀਂ ਕੁਦਰਤ ਨੂੰ ਸਮਝਦੇ ਹਾਂ ਅਤੇ ਇਸ ਕੁਦਰਤ ਦੇ ਜਾਦੂ ਨੂੰ ਸਮਝਦੇ ਹਾਂ ਵੀ ਕਿਵੇਂ ਵੀ ਜਦੋਂ ਇੱਕ ਬੀਜ ਆਪਾਂ ਉਹਨੂੰ ਸਿਖਾਵਾਂ, ਜਦੋਂ ਮਾਹੌਲ ਦਿੰਦੇ ਹਾਂ ਉਹ ਕਿਵੇਂ ਫੁੱਟਦਾ, ਇਹ ਨਿਰਾ ਜਾਦੂ ਹੀ ਹੈ। ਕੋਈ ਵੀ ਇੱਦਾਂ ਦੀ ਇਨਸਾਨ ਨੇ ਹਾਲੇ ਮਸ਼ੀਨ ਨਹੀਂ ਬਣਾਈ ਜਿਹੜੀ ਉਹ ਕਰਕੇ ਦਿਖਾ ਦੇਵੇ। ਸੋ ਦੂਸਰਾ ਹੈਗਾ ਵੀ ਜਦੋਂ ਅਸੀਂ ਕੁਦਰਤੀ ਸੰਭਾਲ ਦੀ ਗੱਲ ਕਰਦੇ ਹਾਂ, ਕੁਦਰਤੀ ਖੇਤੀ ਦਾ ਜੋ ਸਿੱਧਾ ਤਲਕ ਵੰਨ ਸੁਵੰਨਤਾ ਨਾਲ। ਹੁਣ ਜਿਵੇਂ ਫਸਟ ਕਹਿ ਲਓ ਸੋ ਬਾਈ ਜੀ ਉਹਨਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਤੂੰ ਕੀ ਲਾਇਆ, ਕੀ ਹੋਇਆ, ਤੂੰ ਬੀਜਿਆ ਕੀ ਹੋਇਆ। ਮੈਂ ਕਿਹਾ ਇੱਕ ਖੇਤ 'ਚ 8 ਫਸਲਾਂ ਖੜੀਆਂ ਨੇ। ਸੋ ਆਹ ਜਿਹੜਾ ਮਲਟੀ ਕ੍ਰੋਪਿੰਗ ਵਾਲਾ ਜਿਹੜਾ ਵੰਨ ਸੁਵੰਨਤਾ ਨੂੰ ਬਚਾਉਣਾ, ਅਤੇ ਮੈਂ ਬਚਾਉਣਾ ਵੀ ਨਹੀਂ ਕਹੂੰਗਾ ਪਰ ਉਹਨੂੰ ਸਮਝਣਾ। ਸੋ ਇਹ ਬਹੁਤ ਇੱਕ ਅਹਿਮ ਹਿੱਸਾ ਹੈਗਾ ਜੋ ਇਸ ਪ੍ਰਣਾਲੀ ਦਾ। ਦੂਸਰਾ ਹੈਗਾ ਵੀ ਜਿਵੇਂ ਜੋ ਵਾਤਾਵਰਣ ਦਾ ਘਾਣ ਹੋ ਰਿਹਾ, ਜੋ ਆਪਾਂ ਦੇਖ ਲਿਆ ਪਿਛਲੇ 50 ਸਾਲਾਂ 'ਚ ਵੀ ਸਾਡਾ ਪਾਣੀ ਪਲੀਤਿਆ ਗਿਆ, ਸਾਡੀ ਮਿੱਟੀ ਕਮਜ਼ੋਰ ਹੋ ਰਹੀ ਹੈ, ਸਾਡੀ ਸਿਹਤਾਂ ਕਮਜ਼ੋਰ ਹੋ ਰਹੀਆਂ ਨੇ। ਸੋ ਇਹ ਅਸੀਂ ਓਨਾ ਕੀ ਧਰਤੀ ਤੋਂ ਲੈਣਾ ਜਿੰਨਾ ਅਸੀਂ ਉਹਨੂੰ ਵਾਪਸ ਮੋੜ ਸਕੀਏ। ਜਿਵੇਂ ਉਚੇਚੇ ਤੌਰ 'ਤੇ ਗੱਲ ਹੁੰਦੀ, ਜਿਵੇਂ ਜੋ ਇਹ ਜੀਵਨ ਦਾ ਪਸਾਰਾ ਹੈ, ਇਹ ਕਹਿੰਦੇ ਵੀ ਉੱਪਰਲੀ 10 ਇੰਚ ਜੋ ਟੌਪ ਸੋਇਲ ਹੈਗੀ ਉਸ 'ਤੇ ਹੀ ਖੜ੍ਹਾ ਹੈ। ਅਤੇ ਇੱਕ ਮੈਂ ਅੰਕੜੇ ਪੜ੍ਹ ਰਿਹਾ ਸੀਗਾ 2014 ਦੇ, ਕਹਿੰਦੇ ਜਿਸ ਲੋਟ ਅਸੀਂ ਧਰਤੀ ਦਾ ਘਾਣ ਕਰੀ ਜਾ ਰਹੇ ਹਾਂ 2074 ਤਾਈਂ ਉਹ ਟੌਪ ਸੋਇਲ ਹੀ ਨਹੀਂ ਰਹਿਣਾ, ਕਿਉਂਕਿ ਜਿਹੜਾ ਟੌਪ ਸੋਇਲ ਹੈਗਾ ਉੱਪਰਲਾ 10 ਇੰਚ ਉਸੇ 'ਚ ਹੀ ਉਹ ਅਸੀਂ ਵਾਹ ਕੇ ਅਤੇ ਉੱਥੋਂ ਮੋਨੋਕ੍ਰੋਪਿੰਗ ਕਰਕੇ ਉੱਥੇ ਇੰਨੀ ਇਰੋਜ਼ਨ ਹੋ ਚੁੱਕੀ ਹੈ ਵੀ ਕਹਿੰਦੇ ਵੀ ਉਹ 60 ਸਾਲ ਦੀ ਖੇਡ ਰਹੇਗੀ ਅਤੇ 1 ਇੰਚ ਟੌਪ ਸੋਇਲ ਬਣਨ ਨੂੰ 500 ਤੋਂ ਵੱਧ ਸਾਲ ਲੱਗਦਾ। ਸੋ ਹੁਣ ਆਪਾਂ ਆਪ ਹੀ ਸੋਚ ਲਈਏ ਵੀ ਆਪਾਂ ਕਿੱਥੇ ਖੜ੍ਹੇ ਹਾਂ। ਹੁਣ ਮੈਂ ਆਪਦੀ ਗੱਲ ਨੂੰ ਸੰਕੋਚਦਾ ਹੋਇਆ ਹੁਣ ਮੈਂ ਤੀਸਰੇ ਮੁੱਦੇ 'ਤੇ ਆਉਣਾ ਵੀ ਜਿੱਦਾਂ ਕੁਦਰਤੀ ਕਿਸਾਨੀ ਵਾਲਾ ਜੇ ਇਹ ਇੱਕ ਸੰਭਾਵਨਾ ਬਣ ਕੇ ਆਪਾਂ ਜ਼ਰੂਰ ਇਸ ਨੂੰ ਵਿਚਾਰ ਸਕਦੇ ਹਾਂ, ਅਤੇ ਉਹ ਜਿਹੜੀ ਸੰਭਾਵਨਾ ਹੈਗੀ ਹੈ ਉਹ ਸਾਡੀ ਆਰਥਿਕਤਾ ਨੂੰ ਕਿਵੇਂ ਮਜ਼ਬੂਤ ਕਰ ਸਕਦੀ ਹੈ ਜਾਂ ਸਾਡੀ ਆਰਥਿਕਤਾ 'ਤੇ ਕੀ ਅਸਰ ਪਾ ਸਕਦੀ ਹੈ। ਤਾਂ ਇਸ ਤੋਂ ਮੈਂ ਆਪਦੇ ਬਹੁਤ
ਇਹ ਨੁਕਤਾ ਰੱਖਣ ਜਦੋਂ ਮੈਂ ਰੱਖਦਾ ਆਪ ਦੇ ਸਾਹਮਣੇ ਤਾਂ ਮੈਂ ਆਪਦੇ ਨਿੱਜੀ ਤਜਰਬਿਆਂ 'ਚੋਂ ਵੀ ਬਹੁਤ ਨਿੱਜੀ ਤਜਰਬਿਆਂ 'ਚੋਂ ਵੀ ਗੱਲ ਕਰੂੰਗਾ। ਸੋ ਇੱਕ ਬਹੁਤ ਅਹਿਮ ਲੋੜ ਹੈਗੀ, ਜਿਵੇਂ ਪਹਿਲਾਂ ਵੀ ਕੀਤਾ ਗਿਆ, ਵੀ ਜਿਹੜਾ ਹੁਣ ਕਿਸਾਨ ਨੂੰ ਕਿਸਾਨੀ 'ਚੋਂ ਨਿਕਲ ਕੇ ਉਹਨੂੰ ਆਪਦਾ ਮੰਡੀਕਰਨ ਆਪੇ ਹੀ ਕਰਨਾ ਪੈਣਾ। ਸੋ ਕਿਸਾਨ ਨੂੰ ਇੱਕ ਕਿਸਾਨ ਨਾ ਹੋ ਕੇ ਇੱਕ ਮਾਰਕੀਟਰ ਬਣਨਾ ਪੈਣਾ। ਉਹਦੇ ਨਾਲ ਉਹਨੂੰ ਇੱਕ ਆਪਦਾ ਹੌਲੀ ਹੌਲੀ ਉਹਨੂੰ ਆਪਦਾ ਬ੍ਰਾਂਡ ਬਣਾਉਣਾ ਪੈਣਾ ਵੀ ਜਿੱਥੇ ਹਰ ਇੱਕ ਕਿਸਾਨ ਇੱਕ ਬ੍ਰਾਂਡ, ਜਿਵੇਂ ਪਹਿਲਾਂ ਵੀ ਗੱਲ ਕੀਤੀ ਗਈ ਵੀ ਕਿਸੇ ਦੀ ਕੁਛ ਮਹਾਰਤ ਹੈ, ਕਿਸੇ ਦੀ ਕੁਛ ਮਹਾਰਤ ਹੈ, ਪਰ ਜਦੋਂ ਮੰਡੀ ਜਾਂਦਾ ਤਾਂ ਗਧਾ ਘੋੜਾ ਇੱਕ ਬਰਾਬਰ ਹੈ। ਉਸ 'ਚੋਂ ਹੁਣ ਬਾਹਰ ਨਿਕਲਣਾ ਪੈਣਾ ਵੀ ਅਸੀਂ ਇੱਕ ਆਪਦੀ ਮਹਾਰਤਾ ਪੈਦਾ ਕਰੀਏ। ਜੇ ਅਸੀਂ ਗੁੜ ਬਣਾਉਂਦੇ ਹਾਂ ਤਾਂ ਆਲੇ ਦੁਆਲੇ 30-35 ਕਿਲੋਮੀਟਰ 'ਚੋਂ ਸਾਡਾ ਗੁੜ ਹੀ ਮਸ਼ਹੂਰ ਹੋਵੇ, ਸਾਡੇ ਕੋਲ ਗੁੜ ਲੈਣ ਲੋਕ ਸਾਡੇ ਕੋਲ ਹੀ ਆਉਣ। ਦੂਸਰੀ ਗੱਲ ਇਹ ਹੈਗਾ ਵੀ ਗੱਲ ਚੱਲੀ ਸੀ FPC ਦੀ, ਫਾਰਮਰ ਪ੍ਰੋਡਿਊਸਰ ਕੰਪਨੀ। ਸੋ ਉਹ ਇੱਕ ਬਹੁਤ ਅਹਿਮ ਇੱਕ ਚੀਜ਼ ਹੈਗੀ ਹੈ, ਜਾਂ ਇੱਕ ਅਦਾਰਾ ਹੈਗਾ ਜਿਹੜਾ ਐਂ ਕਹਿ ਲਓ ਵੀ ਸਾਡੇ ਵਾਸਤੇ ਬਹੁਤ ਲਾਹੇਵੰਦ ਹੋ ਸਕਦਾ। ਸੋ ਫਾਰਮਰ ਪ੍ਰੋਡਿਊਸਰ ਕੰਪਨੀ ਇੱਕ ਇੱਦਾਂ ਦਾ ਮਤਲਬ ਸਾਨੂੰ ਸਿੱਧਾ ਇੱਕ ਐਂ ਕਹਿ ਲਓ ਵੀ ਹੁਣ ਅਸੀਂ ਨਿੱਜੀ ਲੜਾਈਆਂ ਪਾਸੇ ਐਂ ਕਹਿ ਲਓ ਵੀ ਨਿੱਜੀ ਲੜਾਈ ਨਹੀਂ ਲੜਨੀ, ਪਰ ਇੱਕ ਸਮੂਹਿਕ ਤੌਰ 'ਤੇ ਲੜਾਈ ਲੜਨ ਵਾਸਤੇ ਸਾਨੂੰ ਫਾਰਮਰ ਪ੍ਰੋਡਿਊਸਰ ਕੰਪਨੀਆਂ ਬਣਾਉਣੀਆਂ ਪੈਣੀਆਂ ਨੇ। ਸੋ ਉਹਦੇ 'ਚ 10 ਤੋਂ ਵੱਧ ਜਣੇ ਅਸੀਂ ਇਕੱਠੇ ਹੁੰਦੇ ਹਾਂ। ਅਸੀਂ ਆਪ ਦੇ ਜਿਹੜੇ ਰੀਸੋਰਸਿਸ ਨੇ ਉਹ ਭਾਵੇਂ ਥੋੜ੍ਹੇ ਪੈਸੇ ਵਜੋਂ ਉਹ ਵਿੱਚ ਪਾਉਂਦੇ ਹਾਂ, ਅਤੇ ਸਾਨੂੰ ਨਬਾਰਡ ਵੱਲੋਂ ਮਦਦ ਮਿਲਦੀ ਹੈ ਵੀ ਉਹਨੇ ਜੇ ਫਰਜ਼ ਕਰ ਲਓ 80 ਰੁਪਈਆ ਪਾਇਆ ਤਾਂ ਉਹ ਰੁਪਈਆ ਵਿੱਚ ਪਾਉਂਦੇ ਨੇ, ਅਤੇ ਉਹਦੇ ਨਾਲ ਫਿਰ ਅਸੀਂ ਇੱਕ ਸਟਰਕਚਰਡ ਤੌਰ 'ਤੇ ਅਸੀਂ ਕੰਮ ਕਰਨਾ ਸ਼ੁਰੂ ਕਰਦੇ ਹਾਂ। ਸੋ ਉਹਦੇ ਨਾਲ ਅਸੀਂ ਆਪਦੇ ਮੰਡੀਕਰਨ ਬਾਰੇ ਸੋਚਦੇ ਹਾਂ, ਆਪਦਾ ਇੱਕ ਬ੍ਰਾਂਡ ਬਣਾਉਣ ਬਾਰੇ ਸੋਚਦੇ ਹਾਂ। ਸੋ ਇਸ ਸਿਲਸਿਲੇ 'ਚ ਅਸੀਂ ਇੱਕ ਐਂ ਕਹਿ ਲਓ ਵੀ ਸਾਡਾ ਇੱਕ ਇਨਫੋਰਮਲ ਜਾਂ ਅਨੌਪਚਾਰਿਕ ਜਾਂ ਇੱਕ ਸਮੂਹ ਜਿਹਾ ਹੈਗਾ ਜਿੱਥੇ ਅਸੀਂ 20-25 ਜਣੇ ਰਲ ਕੇ ਕੰਮ ਕਰਦੇ ਹਾਂ, ਅਤੇ ਅਸੀਂ ਫਿਰ ਰਲ ਕੇ ਆਪਦੀ ਰਸਦ ਵੇਚਦੇ ਹਾਂ। ਪਰ ਉਹ ਜਿਹੜੀ ਸਾਡੀ ਰਸਦ ਹੈਗੀ ਹੈ ਉਹ ਸਾਡੀ ਪ੍ਰਾਇਮਰੀ ਪ੍ਰੋਡਿਊਸ ਜਾਂ ਰॉ ਪ੍ਰੋਡਿਊਸ ਹੈ ਨਹੀਂ ਕਿ ਉਹਨੂੰ ਅਸੀਂ ਪ੍ਰੋਸੈਸ ਕਰਦੇ ਹਾਂ। ਸੋ ਹੁਣ ਜਿਵੇਂ ਪਿੱਛੇ ਜੇ ਸਾਡੇ ਕੋਲ ਲਸਣ ਵੱਧ ਹੋ ਗਿਆ, ਅਸੀਂ ਉਹਦਾ ਅਚਾਰ ਪਾ ਲਿਆ, ਸਾਡੇ ਕੋਲ ਮਿਰਚਾਂ ਵੱਧ ਹੋ ਗਈਆਂ, ਅਸੀਂ ਉਹਦਾ ਅਚਾਰ ਪਾ ਲਿਆ, ਕੁਛ ਅਸੀਂ ਸਿਰਕੇ 'ਚ ਪਾਤੀਆਂ। ਸੋ ਕਹਿਣ ਦਾ ਭਾਵ ਇਹ ਵੀ ਅਸੀਂ ਰੁਪਈਏ ਦੀ ਚੀਜ਼ ਨੂੰ ਕਿਵੇਂ ਉਹਨੂੰ 3 ਰੁਪਈਏ ਦੀ ਬਣਾਉਣਾ ਹੈ, ਉਸ ਪਾਸੇ ਸਾਨੂੰ ਤਵੱਜੋ ਦੇਣੀ ਪਊਗੀ। ਤੀਸਰੀ ਜਿਹੜੀ ਬਹੁਤ ਅਹਿਮ ਜਿਹੜੀ ਚੀਜ਼ ਹੁੰਦੀ ਹੈ, ਜਦੋਂ ਅਸੀਂ ਕਿਸਾਨ ਖੁਦ ਮਾਰਕੀਟਰ ਬਣਦਾ ਜਾਂ ਖੁਦ ਉਹ ਬ੍ਰਾਂਡ ਬਣਾਉਂਦਾ ਹੈ, ਉਹਨੂੰ ਪਤਾ ਲੱਗਦਾ ਵੀ ਬਾਜ਼ਾਰ ਕਿੱਥੇ ਖੜ੍ਹਾ ਅਤੇ ਬਾਜ਼ਾਰ ਕੀ ਚਾਹੁੰਦਾ। ਹੁਣ ਐਂ ਕਹਿ ਲਓ ਬਈ ਬਾਜ਼ਾਰ 'ਚ ਕਣਕ ਝੋਨਾ ਪਹਿਲਾਂ ਹੀ ਵੱਧਦਾ ਅਤੇ ਮੈਂ ਹੋਰ ਲਿਆ ਕੇ ਪੇਸ਼ ਕਰਤਾ, ਪਰ ਸਬਜ਼ੀਆਂ ਦੀ ਘਾਟ ਹੋ ਸਕਦੀ, ਲਸਣ ਦੀ ਘਾਟ ਹੋ ਸਕਦੀ ਹੈ, ਦਾਲਾਂ ਦੀ ਘਾਟ ਹੋ ਸਕਦੀ ਹੈ। ਸੋ ਜਦੋਂ ਆਪਾਂ ਸਿੱਧਾ ਬਾਜ਼ਾਰ ਦੇ ਮੂਹਰੇ ਪਹੁੰਚ ਕਰਦੇ ਹਾਂ, ਬਾਜ਼ਾਰ 'ਤੇ ਹੀ ਪਹੁੰਚ ਕਰਦੇ ਹਾਂ, ਆਪਦਾ ਮੰਡੀਕਰਨ ਆਪ ਕਰਦੇ, ਸਾਨੂੰ ਪਤਾ ਹੁੰਦਾ ਵੀ ਬਾਜ਼ਾਰ ਦੀ ਕੀ ਲੋੜ ਹੈ। ਜੇ ਅਸੀਂ ਵਸਤੂਆਂ ਬਣਾ ਕੇ ਵੀ ਵੇਚਦੇ ਹਾਂ, ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਵਸਤੂ ਕਿਸ ਲੋੜ ਬਾਜ਼ਾਰ ਪ੍ਰਵਾਨ ਕਰਦਾ। ਸੋ ਮੋਟੇ ਤੌਰ 'ਤੇ ਆਹੀ ਗੱਲ ਸੀ। ਬਸ 3 ਛੋਟੇ ਜਿਹੇ ਨੁਕਤੇ ਮੈਂ ਹੋਰ ਰੱਖੂੰਗਾ। ਜਦੋਂ ਅਸੀਂ ਕੁਦਰਤੀ ਕਿਸਾਨੀ ਕਰਨੀ ਜਾਂਦੇ ਹਾਂ, ਸਭ ਬਹੁਤ ਜ਼ਰੂਰੀ ਹੈ ਵੀ ਅਸੀਂ ਸਰਟੀਫਿਕੇਸ਼ਨ ਬਾਰੇ ਸੋਚੀਏ ਕਿ ਤਾਂ ਕਿ ਅਸੀਂ ਤਸਦੀਕਸ਼ੁਦਾ ਹੋਈਏ। ਅਸੀਂ ਕੁਦਰਤੀ ਕਿਸਾਨ ਇਹ ਨਾ ਕਹੀਏ ਵੀ ਅਸੀਂ 2 ਮਹੀਨੇ ਤੋਂ ਯੂਰੀਆ ਨਹੀਂ ਪਾਇਆ ਤਾਂ ਅਸੀਂ ਵੀ ਕੁਦਰਤੀ ਕਿਸਾਨ ਜਾਂ ਔਰਗੈਨਿਕ ਹੋ ਗਏ। ਸੋ ਇਹਦੇ ਬੜੇ ਪੈਮਾਨੇ ਨੇ, 3 ਸਾਲ ਲੱਗਦੇ ਨੇ। ਸੋ ਉਹ ਜਿਹੜੇ ਪੈਮਾਨੇ ਨੇ ਉਹ ਤਾਂ ਹੀ ਸਾਨੂੰ ਪਤਾ ਲੱਗੂਗਾ ਵੀ ਕਿਸ ਚੀਜ਼ ਦਾ ਕੀ ਪੈਮਾਨਾ ਹੈ ਜਦੋਂ ਅਸੀਂ ਸਰਟੀਫਾਈ ਹੋਣ ਜਾਵਾਂਗੇ। ਸਾਡੇ ਕੋਲ ਬਕਾਇਦਾ ਇੱਕ ਸਰਟੀਫਿਕੇਟ ਹੋਊਗਾ, ਜੇ ਸਾਨੂੰ ਕੋਈ ਪੁੱਛੇ ਤਾਂ ਅਸੀਂ ਉਹ ਦਿਖਾ ਸਕੀਏ। ਦੂਸਰਾ ਇੱਕ ਨੁਕਤਾ ਇਹਦੇ 'ਚੋਂ ਆਉਂਦਾ ਵੀ ਟੂਰਿਜ਼ਮ ਦਾ। ਸੋ ਸ਼ਹਿਰਾਂ ਦੀ ਬਹੁਤ ਇੱਕ ਲੋੜ ਹੈਗੀ ਹੈ ਵੀ ਸ਼ਹਿਰੀ ਲੋਕਾਂ ਦੀ ਤਾਂਘ ਹੈਗੀ ਹੈ ਵੀ ਅਸੀਂ ਵੀ ਜਾ ਕੇ ਦੇਖੀਏ, ਅਸੀਂ ਵੀ ਇੱਕ ਔਰਗੈਨਿਕ ਫਾਰਮ 'ਤੇ ਜਾਈਏ, ਉੱਥੇ 2-3 ਦਿਨ ਰਹੀਏ ਅਤੇ ਉਹਨਾਂ ਲੋਕਾਂ ਦੇ ਵਿੱਚ ਵਿਚਰੀਏ। ਅਤੇ ਵੀ ਸੋ ਹਾਲਾਂਕਿ ਹੁੰਦਾ ਤਾਂ ਕੋਈ ਵੀ ਉਹ ਹਮਦਰਦੀ ਵਜੋਂ ਨਹੀਂ, ਇੱਕ ਟੂਰਿਜ਼ਮ ਦਾ ਇੱਕ ਐਸਪੈਕਟ ਹੈਗਾ ਵੀ ਕੋਈ ਨਵੀਂ ਥਾਂ ਜਾਈਏ ਤਾਂ ਅਸੀਂ ਉਹਨਾਂ ਦੇ ਲੋਕਾਂ ਦੇ ਵਿੱਚ ਰਹੀਏ ਅਤੇ ਉਹਨਾਂ ਦੀ ਜੋ ਜ਼ਿੰਦਗੀ ਹੈ ਉਹਦਾ ਤਜਰਬਾ ਕਰੀਏ।
ਸੋ ਇਹ ਵੀ ਇੱਕ ਆਮਦਨ ਦਾ ਚੰਗਾ ਸਾਧਨ ਬਣ ਸਕਦਾ ਹੈ, ਅਤੇ ਬਹੁਤ ਲੋਕ ਇਹਨੂੰ ਬਾਖੂਬੀ ਕਰ ਵੀ ਰਹੇ ਨੇ। ਐਗਰੀ ਟੂਰਿਜ਼ਮ ਬਾਰੇ ਉਹ ਵੀ ਸੋਚਿਆ ਜਾ ਸਕਦਾ। ਸੋ ਤੀਸਰਾ ਹੈਗਾ, ਜਦੋਂ ਸਾਨੂੰ ਸਰਟੀਫਿਕੇਸ਼ਨ ਹੁੰਦੀ ਆ ਅਸੀਂ ਐਕਸਪੋਰਟ ਬਾਰੇ ਵੀ ਸੋਚਦੇ ਹਾਂ, ਪਰ ਐਕਸਪੋਰਟ ਬਾਰੇ ਜਿਵੇਂ ਭਾਈ ਸਾਹਿਬ ਨੇ ਜ਼ਿਕਰ ਕੀਤਾ ਵੀ ਇਕੱਲੇ ਬੰਦੇ ਦੀ ਖੇਡ ਹੈ ਨਹੀਂ ਗੀ, ਸਾਨੂੰ FPC ਬਣਾਉਣਾ ਜਾਂ ਸਮੂਹਿਕ ਤੌਰ 'ਤੇ ਬਾਜ਼ਾਰ ਮੂਹਰੇ ਆਪਦੀ ਪੇਸ਼ਕਾਰੀ ਕਰਨੀ ਪੈਣੀ ਹੈ, ਤਾਂ ਕਿ ਅਸੀਂ ਐਕਸਪੋਰਟ ਬਾਰੇ ਵੀ ਸੋਚ ਸਕੀਏ। ਅਤੇ ਐਕਸਪੋਰਟ ਤਾਂ ਹੀ ਹੋ ਜੇ ਅਸੀਂ ਸਰਟੀਫਾਈਡ ਹੋਵਾਂਗੇ, ਕਿਉਂਕਿ ਹਰ ਇੱਕ ਕੋਈ ਸਰਟੀਫਿਕੇਸ਼ਨ ਮੰਗਦਾ। ਸੋ ਮੋਟੇ ਤੌਰ 'ਤੇ ਆਹੀ ਨੁਕਤੇ ਸੀਗੇ ਜੀ। ਸੋ ਆਪਦੀ ਸੀਮਤ ਜੋ ਮੇਰੇ ਤਜਰਬੇ ਨੇ, ਅਸੀਂ ਜਾਣਕਾਰੀ ਹੈ, ਉਸ ਮੁਤਾਬਕ ਮੈਂ ਆਪਦੀ ਗੱਲ ਆਪਦੇ ਸਾਹਮਣੇ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।